ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਕਾਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੁਰੈ ਹਰਿ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਾਰਣ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ, ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹਰਿ ਦਇਆ ਧਾਰ ਜਗਨਾਥਾ, ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ, ਹਮੇ ਅੰਧੁਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ, ਹਮੇ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ, ਹਮੇ ਅੰਧੁਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਨਾਮੈ ਜੀਵਨ ਬਿਰਥਾ, ਬਿਨ ਨਾਮੈ ਜੀਵਨ ਬਿਰਥਾ। ਬਿਨ ਨਾਮੈ ਜੀਵਨ ਬਿਰਥਾ, ਬਿਨ ਨਾਵੈ
ਜੀਵਨ ਬਿਰਥਾ। ਬਿਨ ਨਾਵੈ ਜੀਵਨ ਬਿਰਥਾ, ਬਿਨ ਨਾਵੈ ਜੀਵਨ ਬਿਰਥਾ, ਬਿਨ ਨਾਵੈ ਜੀਵਨ ਬਿਰਥਾ, ਬਿਨ ਨਾਵੈ ਜੀਵਨ ਬਿਰਥਾ। ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਗੁਰਪੂਰੈ ਹਰਿ ਨਾਮ ਦ੍ਰਿੜਾਇਆ। ਨਾਵੈ ਜੀਵਨ ਬਿਰਥਾ, ਬਿਨ ਨਾਵੈ ਜੀਵਨ ਬਿਰਥਾ, ਬਿਨ ਨਾਵੈ ਜੀਵਨ ਬਿਰਥਾ, ਬਿਨ ਨਾਵੈ ਨਾਵੈ ਜੀਵਨ ਬਿਰਥਾ। ਸਤਿਗੁਰੂ ਮਹਾਰਾਜ ਖੰਡਾਂ ਬ੍ਰਹਮੰਡਾਂ ਦੇ ਸੁਆਮੀ, ਲੋਕ ਪਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ ਜੁਗੋ ਜੁਗੋ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ, ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆਣ ਜੁੜ ਬੈਠੇ ਸਤਸੰਗੀ ਜਨੋ, ਔਰ ਜਿਤਨੇ ਵੀ ਦੂਰ ਦੁਰਾਡੇ ਟੈਲੀਵਿਜ਼ਨ ਦੇ ਰਾਹੀਂ ਦੇਸ਼ ਅਤੇ ਦੁਨੀਆ ਦੇ ਵਿੱਚ ਬੈਠੇ ਹੋਏ ਹੋ, ਕਿਰਪਾ ਕਰੋਗੇ ਸਾਰੇ ਮਿਲ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਭਨਾਂ ਨੂੰ ਜੀ ਆਇਆਂ। ਹਰ ਦਿਨ ਹੀ ਇਤਿਹਾਸਕ ਹੈ, ਲੇਕਿਨ ਅੱਜ ਦਾ ਦਿਨ ਵਿਸ਼ੇਸ਼ ਤੌਰ ਤੇ ਸਾਡਾ ਧਿਆਨ ਆਪਣੇ ਵੱਲ ਖਿੱਚਦਾ ਹੈ, ਵਿਸ਼ੇਸ਼ ਹੈ। 101 ਸਾਲ ਹੋ ਗਿਆ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ, ਪ੍ਰਕਾਸ਼ ਸਥਾਨ ਸ੍ਰੀ ਨਨਕਾਣਾ ਸਾਹਿਬ, ਨਾਨਕਿਆਣਾ ਸਾਹਿਬ। ਕੁਝ ਲੋਕਾਂ ਨੇ, ਮਹੰਤ ਨਾਮ ਦੇ ਕੁਝ ਲੋਕਾਂ ਨੇ ਜੋ ਮਲੀਨਤਾ ਪੈਦਾ ਕਰ ਦਿੱਤੀ ਸੀ, ਇਸ ਮਲੀਨਤਾ ਕਰਕੇ ਪੰਥ ਨੇ ਸਰਹੰਦ ਆਉਂਦੀ ਹੋਈ ਪ੍ਰਤੀਤ ਕੀਤੀ। ਦੂਰ ਕੌਣ ਕਰੇ, ਹੁਣ ਪੰਥ ਹੀ ਕਰੇ। ਤੇ ਪੰਥ ਦੇ ਸੇਵਾਦਾਰ, ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਸਾਵਧਾਨ ਹੋਏ ਅਤੇ ਭਾਈ ਸਾਹਿਬ ਸਰਦਾਰ ਕਰਤਾਰ ਸਿੰਘ ਜੀ ਚੱਬਰ, ਜਿਨ੍ਹਾਂ ਦੀ ਵਿਸ਼ੇਸ਼ ਪ੍ਰੇਰਣਾ ਸੀ ਇਸ ਪੱਖ ਤੇ, ਇਸ ਇਲਾਕੇ ਵਿੱਚ, ਅਤੇ ਮਾਣਯੋਗ ਭਾਈ ਸਾਹਿਬ ਜੀ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਸੂਰਬੀਰ ਸਿੰਘਾਂ ਦਾ ਜਥਾ ਪਹੁੰਚਿਆ ਨਨਕਾਣਾ ਸਾਹਿਬ ਆਪਣੀ ਸੀਸ ਭੇਟ ਕਰਨ ਵਾਸਤੇ, ਔਰ ਸ਼ਹਾਦਤ ਪ੍ਰਾਪਤ ਕੀਤੀ। ਇੱਕ ਛੋਟਾ ਜਿਹਾ ਨੁਕਤਾ ਤੁਸਾਂ ਨੇ ਧਿਆਨ 'ਚ ਰੱਖ ਲੈਣਾ। ਮੈਂ ਕੱਲ੍ਹ ਵੀ ਇਸ ਪ੍ਰਕਾਰ ਦੇ ਬਚਨ ਕੀਤੇ ਸਨ, ਤੁਸੀਂ ਸ਼ਾਇਦ ਪ੍ਰਤੀਤ ਕਰਦੇ ਹੋ। ਅੱਜ ਵੀ ਗਿਆਨੀ ਜੀ ਇਹੀ ਬਚਨ ਕਰ ਰਹੇ ਨੇ, ਕੱਲ੍ਹ ਵੀ ਅੱਜ ਆਖਿਆ ਸੀ ਔਰ ਅੱਜ ਵੀ ਅੱਜ ਆਖ ਰਹੇ ਨੇ। ਤਾਰੀਖਾਂ ਦਾ ਕੁਛ, ਕੈਲੰਡਰ ਦਾ ਕੁਛ ਥੋੜ੍ਹਾ ਜਿਹਾ ਨਾ ਰੋਲ ਕਚੋਲਾ ਹੈ, ਚੱਲਿਆ ਆ ਰਿਹਾ। ਉਦੋਂ 10 ਫੱਗਣ ਵਾਲੇ ਦਿਨ 20 ਫਰਵਰੀ ਸੀ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਚਬਾਲੀਆ ਸ਼ਮਸ਼ੇਰ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ, ਧਰਮ ਪ੍ਰਚਾਰ ਕਮੇਟੀ ਦੇ ਹੁਕਮ ਦੇ ਅਨੁਸਾਰ ਨਨਕਾਣਾ ਸਾਹਿਬ ਦੇ ਸਾਕੇ ਦੀ, ਸੰਬੰਧਿਤ ਲੋਕਾਂ ਦੀ ਸਾਰੀ ਖੋਜ ਪੜਤਾਲ ਕੀਤੀ ਔਰ ਸੁੰਦਰ ਪੁਸਤਕ ਲਿਖੀ, ਸ਼ਹੀਦੀ ਜੀਵਨ। ਅੱਜ ਵੀ ਸਟਾਲ ਤੋਂ ਮਿਲਦੀ ਹੈ, ਜ਼ਰੂਰ ਲੈ ਜਾਇਓ ਜੇ, ਪੜ੍ਹਿਓ ਜੇ। ਸਰਦਾਰ ਨਾਰਾਇਣ ਸਿੰਘ ਜੀ MA, ਜਿਹੜੇ ਕਿ ਨਨਕਾਣਾ ਸਾਹਿਬ ਦੇ ਫੌਰਨ ਮੈਨੇਜਰ ਵੀ ਬਣੇ, ਬੜੇ ਵਿਦਵਾਨ ਸੱਜਣ ਸਨ, ਉਹਨਾਂ ਦੀ ਲਿਖਤ ਵੀ ਸਾਨੂੰ ਮਿਲਦੀ ਹੈ। ਦੱਸ ਰਹੇ ਨੇ
ਕਿ 10 ਫੱਗਣ ਵਾਲੇ ਦਿਨ 20 ਤਾਰੀਖ ਸੀ, 20 ਫਰਵਰੀ ਸੀ, ਜਿਹੜਾ ਮੈਂ ਥੋੜ੍ਹਾ ਜਿਹਾ ਨਾ ਕਨਫਿਊਜ਼ਨ ਰੌਲ ਘਚੋਲਾ ਆਖਿਆ ਹੈ। ਹੁਣ ਕੱਲ੍ਹ 20 ਤਾਰੀਖ ਸੀ, 20 ਫਰਵਰੀ ਸੀ, ਲੇਕਿਨ 9 ਫੱਗਣ ਸੀ। ਅੱਜ 10 ਫੱਗਣ ਹੈ ਅਤੇ 1 ਫਰਵਰੀ 21 ਹੈ। ਪੰਥ ਦੇ ਆਗੂ ਸੱਜਣਾਂ ਨੂੰ ਜ਼ਰੂਰ ਥੋੜ੍ਹਾ ਜਿਹਾ ਨਾ ਇਸ 'ਤੇ ਧਿਆਨ ਕਰ ਲੈਣਾ ਚਾਹੀਦਾ। ਜੇ ਕੁਝ ਇੱਕ ਸਿੱਧ ਦਿੱਤੀ ਜਾ ਸਕੇ ਤਾਂ ਅੱਛਾ ਹੋਏਗਾ। ਮੈਂ ਅੱਗੇ ਵੀ ਇੱਕ ਵਾਰ ਬੇਨਤੀ ਕੀਤੀ ਸੀ। ਇਹਨਾਂ ਸ਼ਹੀਦਾਂ ਨੇ ਆਪਣਾ ਆਪ ਸਮਰਪਿਤ ਕੀਤਾ, ਔਰ ਸਮਰਪਿਤ ਇਸ ਤਰ੍ਹਾਂ ਕੀਤਾ, ਕੇਵਲ ਮੱਥਾ ਹੀ ਨਹੀਂ ਟੇਕਣ ਵਾਸਤੇ ਆਏ, ਮਰੋਂ ਤਾਂ ਹਰ ਕੈ ਦੁਆਰ ਕਹਿਣ ਵਾਸਤੇ ਹੀ ਨਹੀਂ ਆਏ। ਜਿਹਨੂੰ ਆਖਦੇ ਨੇ ਨਾ ਸਹੀ ਲਫ਼ਜ਼ਾਂ ਦੇ ਵਿੱਚ, ਇੰਡੀਡ ਉਹਨਾਂ ਨੇ ਆਪਾ ਭੇਟ ਕੀਤਾ, ਸੀਸ ਭੇਟ ਕੀਤਾ। ਮਹੰਤ ਦੇ ਗੁੰਡਿਆਂ ਨੇ ਜਿਸ ਵੇਲੇ ਗੋਲੀ ਚਲਾਉਣੀ ਸ਼ੁਰੂ ਕੀਤੀ ਤਾਂ ਕੁਝ ਸੂਰਬੀਰ ਭਾਈ ਲਛਮਣ ਸਿੰਘ ਹੋਰਾਂ ਨੂੰ ਕਹਿੰਦੇ ਨੇ, ਸਾਨੂੰ ਆਗਿਆ ਦਿਓ, ਅਸੀਂ ਇਹਨਾਂ ਗੁੰਡਿਆਂ ਦੇ ਕੋਲੋਂ ਜਾ ਕੇ ਬੰਦੂਕਾਂ ਖੋਹ ਲਈਏ। ਭਾਈ ਸਾਹਿਬ ਕਹਿਣ ਲੱਗੇ, ਨਹੀਂ, ਅਸੀਂ ਸ਼ਹੀਦ ਹੋਣ ਦਾ ਹੀ ਅਰਦਾਸ ਕਰਕੇ ਆਏ ਹਾਂ, ਸ਼ਹੀਦ ਹੋਣ ਵਾਸਤੇ ਆਏ ਹਾਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਹੈ ਸਾਨੂੰ ਸ਼ਾਂਤਮਈ ਰਹਿਣਾ ਹੈ। ਹੱਥ ਉਠਾਉਣਾ ਤਾਂ ਦੂਰ ਦੀ ਗੱਲ ਹੈ ਨਾ, ਗਾਲ ਵੀ ਨਹੀਂ ਕੱਢਣੀ। ਹੁਣ ਬੰਦੂਕਾਂ ਲੈਣ ਨਹੀਂ ਜਾਣਾ, ਸ਼ਹੀਦ ਹੋਣ ਵਾਸਤੇ ਤਿਆਰ ਹੋ। ਅਸੀਂ ਸ਼ਹੀਦ ਹੋਣ ਦੀ ਅਰਦਾਸ ਕਰਕੇ ਆਏ ਸਾਂ। ਤਾਂ ਸਾਰਿਆਂ ਨੇ ਛਾਤੀ ਤਾਣ ਕੇ ਸ਼ਹਾਦਤ ਦਿੱਤੀ ਹੈ। ਅੱਜ ਦਾ ਇਤਿਹਾਸਕ ਦਿਨ ਹੈ। ਡੈਮੋਕ੍ਰੇਟਿਕ ਯੁੱਗ ਦੇ ਵਿੱਚ ਅੱਜ ਚੱਲਦੇ ਹੋਇਆਂ ਹੁਣ ਹਰ ਕੋਈ ਦਾਅਵੇਦਾਰ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਮੇਰੇ ਹੱਥ ਵਿੱਚ ਹੋਵੇ, ਸਟੇਜਾਂ ਦਾ ਪ੍ਰਬੰਧ ਮੇਰੇ ਹੱਥ ਵਿੱਚ ਹੋਵੇ, ਖਜ਼ਾਨੇ 'ਤੇ ਮੇਰਾ ਕੰਟਰੋਲ ਹੋਵੇ, ਸਟੇਜਾਂ ਜਿਵੇਂ ਕਿਹਾ ਜਾ ਸਕਦਾ ਸਟੇਜਾਂ ਸਾਡੀਆਂ ਹੋਣ, ਸਾਰਾ ਕੁਛ ਹੋਵੇ। ਸਾਰੇ ਗੁਰੂ ਕੇ ਸਿੱਖ ਨੇ, ਲੇਕਿਨ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਆ ਕੇ ਨਾ ਅਸੀਂ ਭੰਡ ਬਣ ਜਾਂਦੇ ਹਾਂ, ਭੰਡੀ ਕਰਦੇ ਹਾਂ ਇੱਕ ਦੂਜੇ ਦੀ, ਆਪਣੇ ਭਰਾਵਾਂ ਦੀ ਭੰਡੀ ਕਰਦੇ ਹਾਂ, ਆਪਣੇ ਆਗੂਆਂ ਦੀ, ਲੀਡਰਾਂ ਦੀ ਅਸੀਂ ਭੰਡੀ ਕਰਦੇ ਹਾਂ। ਔਰ ਅਸੀਂ ਕਹਿੰਦੇ ਹਾਂ ਇਹ ਨਰੈਣੂ ਮਹੰਤ ਨੇ। ਕਹਿਣ ਤੋਂ ਭਾਵ ਕੀ ਹੁੰਦਾ ਹੈ, ਇਹ ਨਰੈਣੂ ਮਹੰਤ ਨੇ ਅਤੇ ਅਸੀਂ ਭਾਈ ਲਛਮਣ ਸਿੰਘ ਦੇ ਵਾਰਸ ਹਾਂ। ਮੈਂ ਕੋਈ ਨਿਰਣਾ ਨਹੀਂ ਕਰਦਾ, ਨਿਰਣਾ ਤਾਂ ਸੰਗਤ ਕਰਦੀ ਹੈ ਗੁਰੂ ਕੀ, ਲੇਕਿਨ ਨਿਰਣਾ ਉਹ ਸੱਜਣ ਕਰ ਸਕਦੇ ਨੇ ਜੋ ਆਪ ਧਿਆਨ ਕਰਨ ਇਸ ਗੱਲ ਦਾ। ਭਾਈ ਲਛਮਣ ਸਿੰਘ ਜੀ ਸ਼ਹੀਦ ਹੋਣ ਵਾਸਤੇ ਆਏ ਨੇ, ਪ੍ਰਧਾਨ ਬਣਨ ਵਾਸਤੇ ਨਹੀਂ ਆਏ ਸਨ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ। ਭਾਈ ਲਛਮਣ ਸਿੰਘ ਜੀ ਮਨਮਤ ਦੀ ਗੰਦਗੀ ਸਾਫ਼ ਕਰਨ ਵਾਸਤੇ ਆਏ ਸਨ, ਮਨਮੱਤੀ ਲੋਕਾਂ ਨੂੰ ਪਿੱਛੇ ਕਰਨ ਵਾਸਤੇ ਆਏ ਸਨ, ਲੇਕਿਨ ਉਹਨਾਂ ਦੀ ਥਾਂ 'ਤੇ ਆਪ ਬੈਠਣ ਵਾਸਤੇ ਨਹੀਂ ਆਏ ਸਨ, ਸ਼ਹੀਦ ਹੋਣ ਵਾਸਤੇ ਆਏ ਸਨ। ਜਦੋਂ ਅਸੀਂ ਦੂਸਰਿਆਂ ਨੂੰ ਮਹੰਤ ਨਰੈਣੂ ਆਖਾਂਗੇ, ਮਹੰਤ ਨਰੈਣੂ ਦੇ ਵਾਰਸ ਆਖਾਂਗੇ, ਅਤੇ ਸਾਨੂੰ ਝਾਤ ਪਾ ਲੈਣੀ ਚਾਹੀਦੀ ਆਪਣੇ ਹਿਰਦੇ ਵਿੱਚ ਕਿ ਅਸੀਂ ਵੀ ਭਾਈ ਲਛਮਣ ਸਿੰਘ ਬਣਨ ਦੇ ਯੋਗ ਹੈਗੇ ਹਾਂ, ਵਾਰਸ ਬਣਨ ਦੇ ਯੋਗ ਹੈਗੇ ਹਾਂ। ਸਾਡੇ ਅੰਦਰ ਉਹ ਭਾਵਨਾ ਹੈ ਕਿ ਇੰਨੀ ਕੁ ਗੱਲ ਹੈ ਕਿ ਭੰਡੀ ਕਰਕੇ ਇਹਨਾਂ ਨੂੰ ਪਿੱਛੇ ਕਰ ਦਿੱਤਾ ਜਾਵੇ ਅਤੇ ਆਪ ਉਹਨਾਂ ਦੀ ਥਾਂ 'ਤੇ ਬੈਠਿਆ ਜਾਵੇ। ਇੰਨੀ ਕੁ ਗੱਲ ਹੈ। ਲੇਕਿਨ ਇਤਿਹਾਸ ਦੀ ਕਿੱਡੀ ਤਰਾਸਦੀ ਹੈ, ਤਰਾਸਦੀ ਕਿ ਮਹੰਤ ਨਾਰਾਇਣ ਦਾਸ ਬੁਰਾਈ ਦਾ ਚਿੰਨ੍ਹ ਬਣ ਗਿਆ ਸਿੱਖੀ ਮੰਡਲ ਵਿੱਚ, ਗੰਦਗੀ ਫੈਲਾਉਣ ਦਾ ਚਿੰਨ੍ਹ ਬਣ ਗਿਆ, ਇੱਕ ਪ੍ਰਤੀਕ ਬਣ ਗਿਆ ਇੱਕ। ਲੇਕਿਨ ਮਾਣਯੋਗ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਇਸ ਗੰਦਗੀ ਨੂੰ ਸਾਫ਼ ਕਰਨ ਦਾ ਪ੍ਰਤੀਕ ਬਣ ਗਏ, ਚਿੰਨ੍ਹ ਬਣ ਗਏ। ਭਾਈ ਲਛਮਣ ਸਿੰਘ ਉਹ ਸੱਜਣ ਨੇ
ਜਿਨ੍ਹਾਂ ਨੇ ਸੁੰਦਰ ਅਗਵਾਈ ਦਿੱਤੀ ਤੇ ਸਭ ਦੇ ਸਮਰੱਥ ਹੁੰਦਿਆਂ ਹੋਇਆਂ, ਤਨ ਕਰਕੇ ਸਮਰੱਥ ਹੋਣ ਦੇ, ਧਨ ਕਰਕੇ ਸਮਰੱਥ ਹੋਣ ਦੇ, ਹੋਰ ਸਮਰੱਥਾਵਾਂ ਸਨ ਉਹਨਾਂ ਦੇ ਅੰਦਰ, ਬੜੇ ਪਰਉਪਕਾਰੀ ਸੱਜਣ ਸਨ। ਕਿਸੇ ਸਮਰੱਥਾ ਨੂੰ ਉਹਨਾਂ ਨੇ ਧਿਆਨ 'ਚ ਨਹੀਂ ਲਿਆਂਦਾ, ਆਪਣਾ ਸਾਰਾ ਕੁਝ ਭੇਟ ਕੀਤਾ, ਆਪਣਾ ਆਪਾ ਭੇਟ ਕਰ ਦਿੱਤਾ। ਔਰ ਦੂਜੇ ਪਾਸੇ ਬੁਰਾਈ ਦਾ ਚਿੰਨ੍ਹ, ਜਿਸ ਨੇ ਕਿਸੇ ਦਾ ਧਿਆਨ ਨਹੀਂ ਕੀਤਾ, ਕਿਸੇ ਦਾ ਲਿਹਾਜ਼ ਨਹੀਂ ਕੀਤਾ, ਜਿਸ ਦੇ ਮਨ ਦੇ ਵਿੱਚ ਸਤਿਗੁਰਾਂ ਦਾ ਸਤਿਕਾਰ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਔਰ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਦਾ ਸਤਿਕਾਰ, ਰਾਈ ਮਾਤਰ ਵੀ ਉਸ ਦੇ ਮਨ ਵਿੱਚ ਨਹੀਂ ਸੀ। ਔਰ ਜਿਹੜਾ ਇਸ ਤਿਆਰੀ ਵਿੱਚ ਸੀ ਕਿ ਪੰਥ ਨੇ ਫੈਸਲਾ ਕੀਤਾ ਹੈ 4, 5, 6 ਮਾਰਚ ਨੂੰ ਅਸੀਂ ਨਨਕਾਣਾ ਸਾਹਿਬ ਕਾਨਫਰੰਸ ਕਰਨੀ ਹੈ, ਇਹ ਕਰਨ ਕਾਨਫਰੰਸ, ਜਿੰਨੇ ਵੀ ਇਹਨਾਂ ਦੇ ਆਗੂ ਆਏ ਹੋਣਗੇ ਮੈਂ ਬਦਮਾਸ਼ਾਂ ਦੇ ਰਾਹੀਂ ਇਹਨਾਂ ਸਾਰੇ ਆਗੂਆਂ ਨੂੰ ਕਤਲ ਕਰਵਾ ਦਿਆਂਗਾ। ਉਹਨੇ ਤਿਆਰੀ ਕੀਤੀ ਹੋਈ ਸੀ। ਭਾਈ ਲਛਮਣ ਸਿੰਘ ਹੋਰਾਂ ਦੀ ਸ਼ਹਾਦਤ ਦਾ ਇੱਕ ਇਹ ਵੀ ਪੱਖ ਹੈ ਸਾਡੇ ਧਿਆਨ ਕਰਨ ਵਾਲਾ। ਅਸੀਂ ਵਡਿਆਈ ਸਮਝਦੇ ਹਾਂ ਆਪਣੇ ਆਗੂ ਦੀ ਪੱਗ ਨੂੰ ਹੱਥ ਪਾਉਣ 'ਚ, ਭਾਵੇਂ ਧਾਰਮਿਕ ਆਗੂ ਹੈ, ਭਾਵੇਂ ਰਾਜਸੀ ਆਗੂ ਹੈ ਪੰਥ ਦਾ। ਭਾਈ ਲਛਮਣ ਸਿੰਘ ਨੇ ਜਿਹੜੇ ਆਪਣੇ ਆਗੂਆਂ ਨੂੰ ਬਚਾਉਣ ਦੇ ਵਾਸਤੇ ਕਰਤਾਰ ਸਿੰਘ ਝੱਬਰ ਹੋਰਾਂ ਨਾਲ ਫੈਸਲਾ ਕਰਦੇ ਨੇ 4, 5, 6 ਨੂੰ ਪੰਥ ਜੁੜੇਗਾ ਤੇ ਮਹੰਤ ਸਾਡੇ ਆਗੂਆਂ ਨੂੰ ਮਾਰਨਾ ਚਾਹੁੰਦਾ ਹੈ, ਅਸੀਂ 4, 5, 6 ਆਉਣ ਤੋਂ ਪਹਿਲਾਂ ਹੀ 19, 20 ਫਰਵਰੀ ਨੂੰ ਜਾ ਕੇ ਨਨਕਾਣਾ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਵਿੱਚ ਕਰ ਲੈਣਾ ਹੈ। ਔਰ ਇਸ ਪ੍ਰਬੰਧ ਨੂੰ ਲੈਣ ਦੇ ਵਾਸਤੇ ਜੇ ਲਛਮਣ ਸਿੰਘ ਦਾ ਸਿਰ ਲੱਗੇਗਾ ਆਪਣੇ ਆਗੂਆਂ ਨੂੰ ਬਚਾਉਣ ਵਾਸਤੇ, ਤੇ ਮੈਂ ਸਿਰ ਵੀ ਦੇਣ ਵਾਸਤੇ ਤਿਆਰ ਹਾਂ। ਇਹ ਭਾਈ ਲਛਮਣ ਸਿੰਘ ਹੋਰਾਂ ਦੀ ਸਬਿਲਟ ਹੈ, ਭਾਵਨਾ ਹੈ। ਅੱਜ ਦਾ ਇਤਿਹਾਸਕ ਦਿਨ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅਸੀਂ ਚੇਤੰਨ ਹੋਈਏ, ਸਾਰੇ ਸਾਵਧਾਨ ਹੋਈਏ, ਸਾਰੇ ਮੁੜ ਕੇ ਕੌਮ ਦੇ ਵਿੱਚ ਨਨਕਾਣਾ ਸਾਹਿਬ ਦਾ ਕਦੀ ਸਾਕਾ ਨਾ ਵਾਪਰੇ। ਅਸੀਂ ਸਾਰੇ ਸਾਵਧਾਨ ਹੋਈਏ। ਔਰ ਸਾਵਧਾਨਤਾ ਦੇ ਵਾਸਤੇ ਜੇ ਮੈਂ ਬੇਨਤੀ ਕਰਦੇ ਹਾਂ ਤੇ ਪ੍ਰਵਾਨ ਕਰ ਲਿਓ ਜੇ, ਇੱਥੇ ਤਾਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਨ ਮਨਾਇਆ ਜਾ ਰਿਹਾ ਨੇ, ਆਸੇ ਪਾਸੇ ਬਾਹਰ ਇਸ਼ਤਿਹਾਰ ਵੀ ਲੱਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਤੇ ਦੀਵਾਨ ਦੀ ਹੁਣ ਸਮਾਪਤੀ ਤੋਂ ਬਾਅਦ ਫਿਰ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ, ਸ਼ਹੀਦਾਂ ਦੀ ਯਾਦ ਵਿੱਚ ਰੱਖੇ ਹੋਏ ਪਾਠ ਤੇ ਦੀਵਾਨ ਸਜਣੇ ਨੇ। ਬਹੁਤ ਸਾਰੇ ਸਥਾਨ ਹਨ ਮੇਰੇ ਧਿਆਨ ਦੇ ਵਿੱਚ ਜਿਹੜੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਮਨਾ ਰਹੇ ਨੇ। ਚੰਡੀਗੜ੍ਹ ਜ਼ੀਰਕਪੁਰ ਦੇ ਵਿੱਚ ਪੰਥ ਰਤਨ ਭਾਈ ਜਸਵੀਰ ਸਿੰਘ ਜੀ, ਪੰਥ ਰਤਨ ਗਿਆਨੀ ਜੀ, ਗਿਆਨੀ ਮੇਵਾ ਸਿੰਘ ਜੀ ਭਿੰਡਰਾਂ ਵਾਲੇ, ਇਹਨਾਂ ਦੀ ਯਾਦ ਮਨਾਉਂਦਿਆਂ ਹੋਇਆਂ ਨਾਲ ਨਾਲ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵੱਡੇ ਪੱਧਰ 'ਤੇ ਮਨਾ ਰਹੇ ਨੇ। ਸ਼੍ਰੋਮਣੀ ਕਮੇਟੀ ਦੇ ਸਾਰੇ ਮੁਖੀ ਸੱਜਣ, ਮਾਣਯੋਗ ਸਿੰਘ ਸਾਹਿਬਾਨ, ਜਥੇਦਾਰ ਸਾਹਿਬਾਨ ਵੀ ਉੱਥੇ ਹਮੇਸ਼ਾ ਜਾਇਆ ਕਰਦੇ ਨੇ, ਇਸ ਵਾਰੀ ਵੀ ਜਾ ਰਹੇ ਨੇ। ਔਰ ਬਹੁਤ ਸਾਰੇ ਹੋਰ ਸਥਾਨ ਨੇ ਜਿਨ੍ਹਾਂ ਸਥਾਨਾਂ 'ਤੇ ਨਹੀਂ ਮਨਾਇਆ ਜਾ ਰਿਹਾ, ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਹੀਂ ਯਾਦ ਕੀਤਾ ਜਾ ਰਿਹਾ, ਇਤਿਹਾਸ ਨਹੀਂ ਸੁਣਾਇਆ ਸਮਝਿਆ ਜਾ ਰਿਹਾ। ਮੈਂ ਉਹਨਾਂ ਸਭਨਾਂ ਨੂੰ ਹੱਥ ਜੋੜ ਕੇ ਆਖਾਂਗਾ, ਮੈਂ ਮਾਣ ਕਰਦਾ ਕਿ ਇਹ ਆਵਾਜ਼ ਦੂਰ ਤੱਕ ਜਾ ਰਹੀ ਹੋਵੇਗੀ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਨਿਰਮਲ ਬਣਿਆ ਰਹੇ, ਭਾਵੇਂ ਪਿੰਡ ਦਾ ਗੁਰਦੁਆਰਾ ਹੈ, ਭਾਵੇਂ ਸ਼ਹਿਰ ਦਾ ਗੁਰਦੁਆਰਾ ਹੈ, ਭਾਵੇਂ ਕੋਈ ਸਿੰਘ ਸਭਾ ਹੈ, ਭਾਵੇਂ ਕੋਈ ਹੋਰ ਸਥਾਨ ਹੈ, ਡੇਰਾ ਹੈ, ਸਭਨਾਂ ਥਾਵਾਂ 'ਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਨ ਮਨਾਇਆ ਜਾਣਾ ਚਾਹੀਦਾ ਹੈ। ਜ਼ਰੂਰ ਮਨਾਓ, ਅਵਸ਼ ਮਨਾਓ, ਤਾਂ ਕਿ ਮੁੜ ਕੇ ਨਨਕਾਣਾ ਸਾਹਿਬ ਦਾ ਸਾਕਾ ਨਾ ਵਾਪਰੇ, ਸਾਨੂੰ ਉੱਥੋਂ ਨਾ ਲੰਘਣਾ ਪਵੇ, ਕਿਸੇ ਭਾਈ ਲਛਮਣ ਸਿੰਘ ਨੂੰ ਮੁੜ ਕੇ ਦਲੀਪ ਸਿੰਘ ਹੋਰਾਂ ਨੂੰ ਸ਼ਹੀਦ ਨਾ ਹੋਣਾ ਪਵੇ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ। ਔਰ ਬਾਅਦ ਵਿੱਚ ਜੋ ਇੱਥੇ ਸਮਾਗਮ ਹੋ ਰਿਹਾ ਹੈ ਜਾਂ ਹੋਰ ਥਾਈਂ ਸਮਾਗਮ ਹੋ ਰਹੇ ਨੇ, ਤੁਸਾਂ ਨੇ ਉਸ ਵਿੱਚ ਵੀ ਜ਼ਰੂਰ ਸ਼ਮੂਲੀਅਤ ਕਰਨੀ। ਹੁਣ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਜਿਤਨਾ ਮਰਜ਼ੀ ਇਤਿਹਾਸ ਦਾ ਧਿਆਨ ਕਰੀਏ, ਸਾਰਾ ਕੁਛ ਨਹੀਂ ਵਿਚਾਰਿਆ ਜਾ ਸਕਦਾ। ਮੈਂ ਲੈਕਚਰ ਕਰਨ ਵਾਸਤੇ ਨਹੀਂ ਬੈਠਾ, ਸ਼ਬਦ ਦੀ ਵਿਚਾਰ ਕਰਨ ਵਾਸਤੇ ਬੈਠਾ। ਤੁਸੀਂ ਵੀ ਪ੍ਰਤੀਤ ਕਰਦੇ ਹੋਵੋਗੇ ਮੇਰੀਆਂ ਲਿਮਿਟੇਸ਼ਨਸ ਨੇ,
ਮਜਬੂਰੀਆਂ ਨੇ, ਔਰ ਉਹਨਾਂ ਲਿਮੀਟੇਸ਼ਨਸ ਦਾ, ਸੀਮਾਵਾਂ ਦਾ ਧਿਆਨ ਰੱਖਣਾ ਫਿਰ ਸਾਡਾ ਫਰਜ਼ ਬਣਦਾ ਹੈ। ਗਾਹੇ ਬਗਾਹੇ ਤੁਸੀਂ ਬੈਠੋ, ਇਤਿਹਾਸ ਦੀ ਵਿਚਾਰ ਕਰੋ। ਜਿਹੜੀ ਪੁਸਤਕ ਮੈਂ ਆਖੀ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਲਾਂ ਤੋਂ ਮਿਲਦੀ ਹੈ ਅਕਸਰ, ਸ਼ਹੀਦੀ ਜੀਵਨ ਸਰਦਾਰ ਗੁਰਬਖਸ਼ ਸਿੰਘ ਜੀ ਸ਼ਮਸ਼ੇਰ ਝਬਾਲੀਆ ਦਾ ਲਿਖਿਆ ਹੋਇਆ, ਔਰ ਕਰਤਾਰ ਸਿੰਘ ਝੱਬਰ ਅਤੇ ਅਕਾਲੀ ਮੋਰਚਿਆਂ ਦਾ ਇਤਿਹਾਸ ਸਰਦਾਰ ਨਾਰਾਇਣ ਸਿੰਘ ਜੀ ਐਮ ਏ ਹੋਰਾਂ ਦਾ ਲਿਖਿਆ ਹੋਇਆ ਮਿਲਦਾ ਹੈ। ਲਵੋ, ਹੋਰ ਥਾਵਾਂ 'ਤੇ ਵਿਦਵਾਨਾਂ ਸੱਜਣਾਂ ਨੇ ਪੁਸਤਕਾਂ ਲਿਖੀਆਂ ਨੇ, ਲਵੋ, ਪੜ੍ਹੋ, ਸਮਝੋ ਇਸ ਗੱਲ ਨੂੰ। ਜੈਤੋ ਦੇ ਮੋਰਚੇ ਦੇ ਅੱਜ ਦੇ ਦਿਨ 500 ਸਿੰਘਾਂ ਦਾ ਜਿਸ ਵੇਲੇ ਜਥਾ ਗਿਆ ਤੇ ਗੋਲੀ ਚੱਲੀ ਹੈ। ਮੇਰੀਆਂ ਬੀਬੀਆਂ ਭੈਣਾਂ ਨੂੰ ਯਾਦ ਹੈ ਕਿ ਉੱਥੇ ਇੱਕ ਬੀਬੀ ਨੇ ਆਪਣਾ ਬੱਚਾ ਚੁੱਕਿਆ ਹੋਇਆ ਸੀ, ਨਾਲ ਲੈ ਕੇ ਜਾ ਰਹੀ ਸੀ, ਜਿਸ ਵੇਲੇ ਗੋਲੀ ਚੱਲੀ ਹੈ ਤੇ ਬੱਚੇ ਨੂੰ ਗੋਲੀ ਵੱਜੀ। ਬੱਚਾ ਥੋੜ੍ਹਾ ਜਿਹਾ ਤੜਪਿਆ, ਸ਼ਾਂਤ ਹੋਇਆ। ਮਾਂ ਨੇ ਮਹਿਸੂਸ ਕੀਤਾ ਮੇਰਾ ਪੁੱਤਰ ਮਰ ਗਿਆ ਹੈ, ਤੇ ਮਰੇ ਪੁੱਤਰ ਦੇ ਨਾਲ ਰੋਣ ਨਹੀਂ ਲੱਗੀ, ਮਰੇ ਪੁੱਤਰ ਨੂੰ ਜ਼ਮੀਨ 'ਤੇ ਲਿਟਾ ਦਿੱਤਾ ਤੇ ਨਿਸ਼ਾਨ ਸਾਹਿਬ ਹੱਥ 'ਚ ਫੜਿਆ ਸੀ, ਜਕਾਰਾ ਗਜਾਉਂਦੀ ਹੋਈ ਅੱਗੇ ਵਧੀ ਔਰ ਜਾ ਕੇ ਠੀਕ ਥਾਂ 'ਤੇ ਆਪਣਾ ਨਿਸ਼ਾਨ ਸਾਹਿਬ ਉੱਥੇ ਲਹਿਰਾ ਦਿੱਤਾ। ਇਹ ਇਤਿਹਾਸ ਸਾਡੀਆਂ ਭੈਣਾਂ ਨੂੰ, ਸਾਡੀਆਂ ਧੀਆਂ ਨੂੰ ਦੱਸਣ ਦੀ ਲੋੜ ਹੈ। ਜਾਓ ਗੰਗਸਰ ਜੈਤੋ, ਉੱਥੇ ਜਾਓ ਔਰ ਵੇਖੋ, ਸਮਝੋ ਆਪਣੇ ਇਤਿਹਾਸ ਨੂੰ। ਅਸੀਂ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਨੂੰ ਤੀਰਥ ਯਾਤਰਾ ਨਹੀਂ ਕਹਿੰਦੇ ਹੁੰਦੇ, ਗੁਰਧਾਮ ਯਾਤਰਾ ਅਸੀਂ ਲਫ਼ਜ਼ ਵਰਤ ਲੈਂਦੇ ਹਾਂ। ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਠਹਿਰੇ ਨੇ ਜਾਂ ਪਰਿਵਾਰਕ ਤੌਰ 'ਤੇ ਰਹੇ ਨੇ, ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਨ ਇਸ ਲਈ ਜਾਂਦੇ ਹਾਂ, ਅਸੀਂ ਸਥਾਨ ਦੇ ਇਤਿਹਾਸ ਤੋਂ ਵਾਕਫ ਹੋਈਏ, ਜਿਹੜਾ ਸਾਨੂੰ ਸੇਧ ਦਿੰਦਾ ਹੈ। ਲਵੋ ਸੇਧ, ਕਰੋ ਆਪਣੇ ਬੱਚਿਆਂ ਨੂੰ ਸਾਵਧਾਨ, ਕਰੋ ਸੁਚੇਤ ਸਾਰੇ। ਅਸੀਂ ਕਈ ਵਾਰ ਮਹਿਸੂਸ ਕਰਦੇ ਹਾਂ ਅਸੀਂ ਢੈਂਦੀ ਕਲਾ ਵਿੱਚ ਜਾ ਰਹੇ ਹਾਂ। ਮੈਂ ਹੱਥ ਜੋੜ ਕੇ ਆਖਦਾ, ਮੈਂ ਢੈਂਦੀ ਕਲਾ ਵਿੱਚ ਹੋ ਸਕਦਾ, ਕੋਈ ਵਿਅਕਤੀ ਢੈਂਦੀ ਕਲਾ ਵਿੱਚ ਹੋ ਸਕਦਾ ਹੈ, ਪੰਥ ਕਦੀ ਢੈਂਦੀ ਕਲਾ ਵਿੱਚ ਨਹੀਂ ਹੁੰਦਾ, ਪੰਥ ਸਦਾ ਚੜ੍ਹਦੀ ਕਲਾ ਵਿੱਚ ਹੁੰਦਾ ਹੈ। ਅਤੇ ਜੇ ਅਸੀਂ ਪੰਥ ਦੇ ਨਾਲ ਹਾਂ, ਅਸੀਂ ਪੰਥਕ ਕਹਾਉਂਦੇ ਹਾਂ, ਅਤੇ ਫਿਰ ਸਾਨੂੰ ਇਤਿਹਾਸ ਦੇ ਵਾਰਸ ਬਣਨਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਵਿਖੇ, ਸੱਚਖੰਡ ਸਾਹਿਬ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਹੋਇਆਂ ਜੋ ਅੰਮ੍ਰਿਤ ਬਚਨ ਸਾਡੀ ਝੋਲੀ ਵਿੱਚ ਪਾਇਆ, ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੋਰਾਂ ਨੇ ਸੁੰਦਰ ਢੰਗ ਦੇ ਨਾਲ ਸਾਨੂੰ ਸਰਵਣ ਕਰਵਾਇਆ। ਕੱਲ੍ਹ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਹੋਰੀ ਸਨ, ਅੱਜ ਮਾਣਯੋਗ ਜੀ ਸਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੈਤਸਰੀ ਰਾਗ ਦੀ ਆਰੰਭਤਾ ਦੇ ਵਿੱਚ ਪਹਿਲਾ ਸ਼ਬਦ ਦੇ ਰੂਪ 'ਚ ਦਰਜ ਹੈ। ਸਤਿਗੁਰੂ ਮਹਾਰਾਜ ਕੀ ਆਖਦੇ ਨੇ 4 ਪਦਾਂ ਦੇ ਵਿੱਚ? ਰਹਾਉ ਦੀਆਂ ਪੰਕਤੀਆਂ ਦੀ ਇੱਕ ਪੰਕਤੀ ਅਸਾਂ ਨੇ ਆਖੀ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਵਾਹਿਗੁਰੂ। ਕੁਛ ਵੀ ਚਾਹੀਦਾ ਹੈ, ਅਰਥ, ਲੋੜ, ਅਰਥ, ਧਨ, ਅਰਥ, ਪਦਾਰਥ, ਕੁਛ ਵੀ ਚਾਹੀਦਾ ਹੈ। ਭਜ ਰਾਮ ਨਾਮ, ਇੱਕ ਕਰਤਾਰ ਦੇ ਨਾਲ ਜੁੜ, ਗੁਰਪੂਰਾ ਹਰਿ ਨਾਮ ਦ੍ਰਿੜਾਇਆ। ਹੁਣ ਮੈਨੂੰ ਇਉਂ ਲੱਗਦਾ ਜਿਵੇਂ ਪਾਤਸ਼ਾਹ ਦੱਸ ਰਹੇ ਹੋਣ, ਸਾਨੂੰ ਤਾਂ ਗੁਰੂ ਸਾਹਿਬ ਨੇ ਇਹੀ ਦ੍ਰਿੜ ਕਰਵਾਇਆ ਹੈ, ਗੁਰਪੂਰਾ ਹੈ। ਤਿਸ ਗੁਰ ਕੋ ਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕੋ ਸਦ ਬਲਿਹਾਰਨ ਹੈ ਜਿਨੇ ਹਰ ਸੇਵਾ ਬੰਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਕਿਸ ਰੂਪ ਵਿੱਚ? ਸ਼ਬਦ ਰੂਪ ਦੇ ਵਿੱਚ। ਜਿੱਥੈ ਕਿੱਥੈ ਮੈਨੂੰ ਲੈ ਛਾਈ, ਗੁਰਪੂਰਾ ਹਰਿ ਨਾਮ ਦ੍ਰਿੜਾਇਆ। ਔਰ ਚੇਤਾ ਰੱਖਿਓ ਜੇ ਬਿਨ ਨਾਮ ਹੈ ਜੀਵਨ ਬਿਰਥਾ। ਇਹ ਨਹੀਂ ਬਾਕੀ ਭਾਵੇਂ ਕੁਛ ਹੋਰ ਜੋ ਮਰਜ਼ੀ ਹੋਵੇ, ਸਾਡੀਆਂ ਝੋਲੀਆਂ ਭਾਵੇਂ ਭਰੀਆਂ ਹੋਈਆਂ ਅਸੀਂ ਪ੍ਰਤੀਤ ਕਰੀਏ, ਇਹ ਝੋਲੀਆਂ ਖਾਲੀ ਹੋ ਜਾਣ ਵਾਲੀਆਂ ਨੇ, ਸਾਰਾ ਕੁਝ ਕਿਰ ਜਾਣ ਵਾਲਾ ਹੈ। ਪਰ ਜਿਨ੍ਹਾਂ ਝੋਲੀਆਂ ਦੇ ਵਿੱਚ ਰੱਬੀ ਸਿਫਤ ਸਲਾਹ ਹੈ, ਜਿਹੜੇ ਹਿਰਦੇ ਕਰਤਾਰ ਦੇ ਨਾਲ ਜੁੜੇ ਹੋਏ ਨੇ, ਉਹ ਝੋਲੀਆਂ ਸਦਾ ਭਰਪੂਰ ਰਹਿੰਦੀਆਂ ਨੇ, ਉਹ ਹਿਰਦੇ ਸਦਾ ਭਰਪੂਰ ਰਹਿੰਦੇ ਨੇ, ਸਦਾ ਭਰਪੂਰ ਰਹਿੰਦੇ ਨੇ। ਸਾਰੇ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਫਿਰ ਕੀ ਫਰਮਾਨ ਕਰਦੇ ਨੇ? ਇਹਨਾਂ ਜੋ ਸੰਕੁਚਵੇਂ ਸ਼ਬਦ ਨੇ, ਕੁੰਜੀਵਤ ਸ਼ਬਦ ਨੇ ਜਿਹੜੇ, ਇਹਨਾਂ ਦੀ ਵਿਆਖਿਆ ਹਜ਼ੂਰ 4 ਪਦਾਂ ਵਿੱਚ ਕਰਦੇ ਨੇ। ਸਮੇਂ ਅਨੁਸਾਰ ਆਪਾਂ ਧਿਆਨ ਕਰੀਏ, ਸਾਰੇ ਇਕਾਗਰ ਚਿੱਤ ਹੋ ਕੇ ਆਪਾਂ ਸਰਵਣ ਕਰੀਏ।
ਭਾਈ ਗੁਰਸੇਵਕ ਸਿੰਘ ਹੋਰਾਂ ਨੂੰ ਬੇਨਤੀ ਹੈ, ਪਿਆਰ ਨਾਲ ਸਾਨੂੰ ਫਿਰ ਪਾਠ ਸਰਵਣ ਕਰਵਾਓ, ਆਪਾਂ ਸ਼ਬਦ ਦੇ ਅਰਥ ਵਿਚਾਰੀਏ। ਆਪ ਸਮੂਹ ਗੁਰਸਿੱਖ ਮਾਈ ਭਾਈ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਅਰਸਨਾ ਪਵਿੱਤਰ ਕਰੋ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਰਾਗ ਦਾ ਨਾਮ ਜੈਤਸਰੀ ਹੈ, ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤੇ ਗਾਇਨ ਕਰਨ ਵਾਲੇ ਪ੍ਰੇਮੀ ਜਨਾਂ ਨੂੰ ਸਤਿਗੁਰਾਂ ਨੇ ਸੇਧ ਬਖਸ਼ੀ। ਜੈਤਸਰੀ ਰਾਗ ਦੇ ਵਿੱਚ ਪਹਿਲੇ ਘਰ ਦੇ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ ਜਾਵੇ, ਔਰ ਨਾਲ ਆਖਿਆ ਚੌਪਦੇ, 4 ਪਦਾਂ ਤੇ ਆਧਾਰਿਤ ਇਹ ਪਵਿੱਤਰ ਸ਼ਬਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ, ਜਿਸ ਨੂੰ ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਹੀ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਹੁਣ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੇਰਾ ਹੀਰ ਹੈ ਸਾਡੇ ਹਿਰਦੇ ਵਿੱਚ, ਰਤਨ ਨਾਮ ਹਰਿ ਬਸਿਆ। ਹਰੀ ਦਾ ਨਾਮ ਰੂਪੀ ਰਤਨ ਵਸ ਗਿਆ। ਮੇਰੇ ਹੀਰ ਹੈ ਰਤਨ ਨਾਮ ਹਰਿ ਬਸਿਆ। ਹਰੀ ਦਾ ਨਾਮ ਰੂਪੀ ਰਤਨ ਵਸ ਗਿਆ। ਕਦੋਂ ਜੀ? ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ। ਇਹ ਨਾ ਜਿਵੇਂ ਅਸੀਂ ਕਹੀਏ ਮੁਹਾਵਰਾ ਹੁੰਦਾ ਹੈ, ਮੱਥੇ ਤੇ ਹੱਥ ਰੱਖਣਾ, ਸਿਰ ਤੇ ਹੱਥ ਰੱਖਣਾ। ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਮੱਥੇ ਤੇ ਹੱਥ ਰੱਖਿਆ। ਇਸ ਦਾ ਭਾਵ ਕੀ ਹੈ? ਮੇਰੇ ਹੀਰ ਹੈ ਰਤਨ ਨਾਮ ਹਰਿ ਬਸਿਆ। ਸੰਗਤ ਜੀਓ, ਨਾਲ ਨਾਲ ਧਿਆਨ ਕਰਨਾ। ਸਤਿਗੁਰੂ ਮਹਾਰਾਜ ਤਾਂ ਦੱਸਦੇ ਪਏ ਨੇ, ਮੈਂ ਐਸਾ ਪ੍ਰਤੀਤ ਕਰਦਾ ਉਹਨਾਂ ਦਾ ਆਪਣਾ ਜੀਵਨ ਇਸ ਪ੍ਰਕਾਰ ਦਾ ਦੱਸਦੇ ਪਏ ਨੇ ਕਿ ਸਾਡੇ ਮੱਥੇ ਤੇ ਤਾਂ ਗੁਰੂ ਸਾਹਿਬ ਨੇ ਹੱਥ ਰੱਖਿਆ, ਔਰ ਹੱਥ ਰੱਖਣ ਦੀ ਕਿਰਪਾ ਦਾ ਸਦਕਾ ਕੀ ਹੋਇਆ? ਮੇਰੇ ਹੀਰ ਹੈ ਰਤਨ ਨਾਮ ਹਰਿ ਬਸਿਆ। ਸਾਡੇ ਸਿਰ ਤੇ ਹੱਥ ਰੱਖਿਆ ਕਿ ਨਹੀਂ ਰੱਖਿਆ? ਅਸੀਂ ਵੀ ਧਿਆਨ ਕਰਨਾ ਹੈ। ਫਿਜ਼ੀਕਲੀ ਸਤਿਗੁਰਾਂ ਨੂੰ ਹੁਣ ਲੱਭਣ ਵਾਲੇ ਪਾਸੇ ਨਾ ਕੋਈ ਤੁਰ ਪਵੇ। 5 ਪਿਆਰੇ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ। ਜਦੋਂ ਪੰਥ ਵਿੱਚ ਅਸੀਂ ਸ਼ਾਮਲ ਹੁੰਦੇ ਹਾਂ, ਅਸੀਂ ਜਦੋਂ ਗੁਰੂ ਵਾਲੇ ਬਣਦੇ ਹਾਂ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਚੱਲਦੇ ਹਾਂ, ਤੇ ਗੁਰੂ ਦਾ ਹੱਥ ਅਸੀਂ ਆਪਣੇ ਸਿਰ ਤੇ ਪ੍ਰਤੀਤ ਕਰਦੇ ਹਾਂ ਕਿ ਨਹੀਂ ਕਰਦੇ? ਕਰਦੇ ਹਾਂ ਤੇ ਕਿਸ ਰੂਪ ਵਿੱਚ ਕਰਦੇ ਹਾਂ? ਸਾਡੇ ਹਿਰਦੇ ਵਿੱਚ ਨਾਮ ਵਸ ਗਿਆ, ਹਿਰਦੇ ਵਿੱਚ ਵਸ ਗਿਆ। ਔਰ ਪਾਤਸ਼ਾਹ ਕਹਿੰਦੇ ਨੇ ਵਸਿਆ ਤੇ ਫਿਰ ਦੇਖੋ ਕੀ ਹੁੰਦਾ ਹੈ। ਕੀ ਹੁੰਦਾ ਹੈ ਜੀ? ਜਨਮ ਜਨਮ ਕੇ ਕਿਲ ਬਿਖ ਦੁਖੀ ਉਤਰੇ। ਜਨਮਾਂ ਜਨਮਾਤਰਾਂ ਦੇ ਕਿਲ ਬਿਖ ਦੁੱਖ ਉਤਰ ਗਏ, ਪਾਪਾਂ ਦੇ ਦੁੱਖ ਉਤਰ ਗਏ। ਜਨਮਾਂ ਜਨਮਾਤਰਾਂ ਦੀ ਜਿਹਨੂੰ ਕਹਿੰਦੇ ਨੇ ਮੈਲ ਰਹਿ ਗਈ, ਜਨਮਾਂ ਜਨਮਾਂਤਰਾਂ ਦੀ ਜੀ। ਗੁਰ ਨਾਮ ਦਿਓ ਰਿਨ ਲਾਥਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਵਾਹਿਗੁਰੂ ਜੀ ਦੀ ਯਾਦ ਵਿੱਚ ਜੋੜਿਆ, ਵਾਹਿਗੁਰੂ ਜੀ ਦੇ ਨਾਮ ਵਿੱਚ ਜੋੜਿਆ, ਵਾਹਿਗੁਰੂ ਜੀ ਦੇ ਨਾਮਣੇ ਵਿੱਚ ਜੋੜਿਆ, ਵਾਹਿਗੁਰੂ ਜੀ ਦੇ ਗੁਣਾਂ ਦੀ ਬਖਸ਼ਿਸ਼ ਕੀਤੀ। ਸਾਡੀਆਂ ਝੋਲੀਆਂ ਇੰਨੀਆਂ ਭਰਪੂਰ ਕਰ ਦਿੱਤੀਆਂ। ਸਾਰੇ ਹੀ ਕਰਜ਼ੇ ਲੈ ਗਏ, ਸਾਰੇ ਹੀ ਕਰਜ਼ੇ। ਕਿਹਦੇ ਕਰਜ਼ੇ ਲੈ ਗਏ? ਹੋਰ ਆਖਿਆ ਕਰਦੇ ਨੇ ਬਾਪ ਮਾਂ ਬਾਪ ਦਾ ਕਰਜ਼ਾ ਹੁੰਦਾ ਹੈ, ਫਲਾਣੇ ਦਾ ਕਰਜ਼ਾ ਹੁੰਦਾ ਹੈ, ਉਹਦਾ ਕਰਜ਼ਾ ਹੁੰਦਾ ਹੈ। ਮਾਣਯੋਗ ਜੀ ਆਖਦੇ ਨੇ ਹੋਰ ਕਰਜ਼ਿਆਂ ਦੀਆਂ ਗੱਲਾਂ ਛੱਡੋ, ਪਾਪਾਂ ਦਾ ਹੀ ਕਰਜ਼ਾ ਸਾਡੇ ਤੋਂ ਨਹੀਂ ਲੈਂਦਾ ਹੈਗਾ, ਵਿਕਾਰਾਂ ਦਾ ਕਰਜ਼ਾ ਹੀ ਸਾਡੇ ਤੋਂ ਨਹੀਂ ਲੈਂਦਾ। ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸ਼ਬਦ ਵਸ ਗਿਆ, ਗੁਰੂ ਨਾਮ ਦਿਓ ਰਿਨ ਲਾਥਾ। ਹੁਣ ਪਹਿਲਾ ਬਚਨ ਕੀ ਆਖਿਆ? ਮੇਰੇ ਹੀਰ ਹੈ ਰਤਨ ਨਾਮ ਹਰਿ ਬਸਿਆ। ਮਾਣਯੋਗ ਜੀ ਦੱਸਦੇ ਪਏ ਸਨ, ਉਥਾਨਕਾ ਲਿਖੀ ਗਈ ਹੈ। ਉਥਾਨਕਾ ਕੀ ਲਿਖੀ ਗਈ ਸ਼ਬਦ ਦੀ? ਜਦੋਂ ਚੌਥੇ ਪਾਤਸ਼ਾਹ ਜੀ ਨੇ ਨਗਰ ਵਸਾਇਆ ਤੇ ਨਗਰ ਨਿਵਾਸੀਆਂ ਨੇ ਆ ਕੇ ਆਖਿਆ, ਮਹਾਰਾਜ ਸਾਨੂੰ ਆਹ ਕੁਝ ਵੀ ਚਾਹੀਦਾ ਹੈ, ਆਹ ਕੁਝ ਵੀ ਚਾਹੀਦਾ ਹੈ, ਆਹ ਕੁਝ ਵੀ ਚਾਹੀਦਾ ਹੈ, ਸਾਨੂੰ ਕੁਝ ਮੰਤਰ ਦੱਸੋ।
ਸੀ ਨਾ ਇਹੋ ਜਿਹੀਆਂ ਗੱਲਾਂ ਕਿ ਹੈਗੀਆਂ ਵੀ ਨੇ ਇਹੋ ਜਿਹੀਆਂ ਗੱਲਾਂ, ਮੰਤਰ ਲੱਭਦੇ ਹਾਂ ਅਸੀਂ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਨਾ ਗੁਰਬਾਣੀ ਨਾਲ ਜੁੜਿਆ ਕਰੋ, ਪਰਮੇਸ਼ਰ ਨਾਲ ਜੁੜੋ, ਕਰਤਾਰ ਨਾਲ ਜੁੜੋ, ਉਸ ਦੇ ਨਾਲ ਜੁੜੋ। ਇਹ ਫਿਰ ਸ਼ਬਦ ਉਚਾਰਨ ਕੀਤਾ ਅਤੇ ਮੈਨੂੰ ਇਉਂ ਜਾਪਦਾ ਹੈ ਜਿਵੇਂ ਸਤਿਗੁਰੂ ਮਹਾਰਾਜ ਕਹਿ ਰਹੇ ਹੋਣ, ਦੇਖੋ ਨਾਮ ਰਤਨ ਹੈ। ਔਰ ਮੈਂ ਪ੍ਰਤੀਤ ਕਰ ਰਿਹਾ ਸਾਂ, ਕਦੀ ਕੌਡੀਆਂ ਹੁੰਦੀਆਂ ਸਨ, ਧੇਲੇ ਹੁੰਦੇ ਸਕਦਾ ਹੈ, ਇਹ ਗੁਰੂ ਹੀ ਦੇ ਸਕਦਾ ਹੈ। ਇਹ ਦੁਰਲੱਭ ਵਸਤੂ ਗੁਰੂ ਹੀ ਦੇ ਸਕਦਾ ਹੈ, ਜਿਸ ਨਾਲ ਸਾਰੇ ਪਦਾਰਥ ਜਿਹੜੇ ਨੇ ਸਾਡੇ ਜੀਵਨ ਵਿੱਚ ਆ ਸਕਦੇ ਨੇ, ਆ ਜਾਂਦੇ ਨੇ। ਪੰਜਵੇਂ ਪਾਤਸ਼ਾਹ ਜੀ ਦਾ ਇੱਕ ਬਚਨ ਸੰਸਕ੍ਰਿਤੀ ਦੇ ਵਿੱਚ ਧਿਆਨ ਕਰਨਾ, ਜਦੋਂ ਸਾਹਿਬ ਕਹਿੰਦੇ ਨੇ ਦੁਰਲਭੰ ਏਕ ਭਗਵਾਨ ਨਾਮਾ ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ। ਦੁਰਲੱਭ ਹੈ ਜਿਹੜਾ ਨਹੀਂ ਆਮ ਪ੍ਰਾਪਤ ਹੁੰਦਾ, ਏਕ ਭਗਵਾਨ ਨਾਮਾ, ਇੱਕ ਭਗਵਾਨ ਦਾ ਨਾਮ ਨਾਨਕ ਲਬਧੰ ਪ੍ਰਾਪਤ ਹੁੰਦਾ ਹੈ, ਲੱਭਦਾ ਹੈ, ਸਾਧ ਸੰਗ ਕਿਰਪਾ ਪ੍ਰਭੰ, ਪ੍ਰਭੂ ਦੀ ਕਿਰਪਾ ਦੇ ਨਾਲ, ਗੁਰੂ ਦੇ ਰਾਹੀਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਔਰ ਪਹਿਲਾਂ ਬਚਨ ਕਰ ਦਿੱਤਾ, ਕਹਿਣ ਲੱਗੇ ਨਜ ਦੁਰਲਭੰ ਧਨੰ ਰੂਪੰ ਨਜ ਦੁਰਲਭੰ ਸਵਰਗ ਰਾਜਨ ਨਜ ਦੁਰਲਭੰ ਧਨੰ ਰੂਪੰ ਨਜ ਦੁਰਲਭੰ ਸਵੱਛ ਅੰਬਰਾ ਨਜ ਦੁਰਲਭੰ ਭੋਜਨੰ ਬਿੰਜਨੰ ਨਜ ਦੁਰਲਭੰ ਸਵੱਛ ਅੰਬਰਾ ਨਜ ਦੁਰਲਭੰ ਬਣਤਾ ਬਿਲਾਸਾ ਸੁਤ ਮਿੱਤਰ ਭਰਾਤ ਬਾਂਧਵ ਨਜ ਦੁਰਲਭੰ ਬਣਤਾ ਬਿਲਾਸਾ ਨਜ ਦੁਰਲਭੰ ਵਿਦਿਆ ਪ੍ਰਵੀਨੰ ਨਚ ਦੁਰਲਭੰ ਚਤੁਰ ਚੰਚਲਾ ਦੁਰਲਭੰ ਏਕ ਭਗਵਾਨ ਨਾਮੰ। ਮੈਂ ਸੰਖੇਪਤਾ ਨਾਲ ਬੇਨਤੀ ਕਰਾਂ, ਪਾਤਸ਼ਾਹ ਕਹਿੰਦੇ ਨੇ ਧਨ ਦੁਰਲੱਭ ਨਹੀਂ ਹੁੰਦਾ, ਰੂਪ ਦੁਰਲੱਭ ਨਹੀਂ ਹੁੰਦਾ, ਭੈਣ ਭਰਾ ਦੁਰਲੱਭ ਨਹੀਂ ਹੈਗੇ, ਵਡਿਆਈਆਂ ਦੁਰਲੱਭ ਨਹੀਂ ਹੈਗੀਆਂ, ਵਿਦਿਆ ਦੁਰਲੱਭ ਨਹੀਂ ਹੈਗੀ, ਦੁਰਲਭੰ ਏਕ ਭਗਵਾਨ ਨਾਮਾ, ਇਹ ਦੁਰਲੱਭ ਹੈ। ਪਰ ਇਹ ਯੂਨੀਵਰਸਿਟੀਆਂ 'ਚੋਂ ਨਹੀਂ ਮਿਲਦਾ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦਾ। ਲਬਧੰ ਸਾਧ ਸੰਗ ਕਿਰਪਾ ਪ੍ਰਮੰ, ਇੱਥੋਂ ਮਿਲਦਾ ਹੈ। ਹੁਣ ਜਦੋਂ ਭਾਵਾਂ ਨੂੰ ਲੈ ਕੇ ਚੱਲਾਂਗੇ ਤੇ ਪਾਤਸ਼ਾਹ ਕਹਿੰਦੇ ਨੇ ਜੇ ਰੱਬੀ ਯਾਦ ਹਿਰਦੇ ਵਿੱਚ ਆ ਗਈ ਤੇ ਧਨ ਵੀ ਆ ਗਿਆ, ਵਿਦਿਆ ਵੀ ਆ ਗਈ, ਪਰਿਵਾਰ ਵੀ ਆ ਗਿਆ, ਵਡਿਆਈ ਵੀ ਆ ਗਈ, ਸਾਰਾ ਕੁਛ ਹੀ ਆ ਗਿਆ। ਵਾਹਿਗੁਰੂ, ਕਿਉਂ ਨਹੀਂ ਭਾਈ ਲਛਮਣ ਸਿੰਘ ਪਿੱਛੇ ਪਰਤ ਕੇ ਵੇਖਦੇ? ਕਿਉਂ ਨਹੀਂ ਬਾਕੀ ਹੀਰੇ ਜਿਹੜੇ ਨੇ ਬਾਬਾ ਟਹਿਲ ਸਿੰਘ ਵਰਗੇ ਤੇ ਬੱਚੇ, ਛੋਟੇ ਜਿਹੇ ਬੱਚੇ ਹੈਂ, ਕਾਕਾ ਦਰਬਾਰਾ ਸਿੰਘ, ਕਿਉਂ ਨਹੀਂ ਪਿੱਛੇ ਮੁੜ ਕੇ ਵੇਖਦੇ? ਇਹਨਾਂ ਦਾ ਬਾਪ ਕੇਰ ਸਿੰਘ ਕਿਉਂ ਨਹੀਂ ਪਿੱਛੇ ਪਰਤ ਕੇ ਵੇਖਦਾ? ਆਪਣਾ ਇੱਕੋ ਇੱਕ ਬੱਚਾ ਉਹਨੂੰ ਨਾਲ ਲੈ ਕੇ ਅੱਗ ਵਿੱਚ ਛਾਲ ਮਾਰਨ ਵਾਸਤੇ ਤਿਆਰ ਹੋ ਕੇ ਆ ਜਾਂਦਾ ਹੈ, ਕਿਉਂ ਨਹੀਂ ਪਿੱਛੇ ਪਰਤ ਕੇ ਵੇਖਦੇ? ਜੇ ਅਸੀਂ ਗੁਰੂ ਚਰਨਾਂ ਨਾਲ ਜੁੜੇ ਹੋਏ ਹਾਂ ਤੇ ਸਾਡੇ ਕੋਲ ਸਾਰਾ ਕੁਛ ਹੀ ਹੈਗਾ ਹੈ। ਪੁੱਤਰ ਹੀ ਨਿਸ਼ਾਨ ਹੁੰਦੇ ਨੇ ਨਾ, ਲੋਕ ਨਿਸ਼ਾਨ ਮੰਨਦੇ ਨੇ, ਕਹਿੰਦੇ ਨੇ ਗੁਰੂ ਕਾ ਸਿੱਖ ਜਿਹੜਾ ਕੁਰਬਾਨ ਹੋ ਜਾਂਦਾ ਉਸ ਦੀਆਂ ਨਿਸ਼ਾਨੀਆਂ ਜੁਗੋ ਜੁਗ ਕਾਇਮ ਹੋ ਜਾਂਦੀਆਂ ਨੇ, ਜੁਗੋ ਜੁਗ ਸਦਾ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ। ਜੀ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਐ ਮੇਰੇ ਮਨ ਸਦਾ ਕਰਤਾਰ ਦੇ ਨਾਲ ਜੁੜਿਆ ਰਹੋ, ਉਸ ਦੀ ਸਿਫਤ ਸਲਾਹ ਨਾਲ ਜੋੜ। ਤੈਨੂੰ ਕੁਛ ਵੀ ਚਾਹੀਦਾ ਹੈ, ਚਾਰ ਪਦਾਰਥ ਜੇ ਕੋ ਮੰਗੈ, ਪੜ੍ਹ ਲੋ ਬਚਨ, ਸਾਧ ਜਨਾਂ ਕੀ ਸੇਵਾ ਲੱਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰਿ ਹਰਿ ਨਾਮ ਹਿਰਦੈ ਸਾਧ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ, ਅਸ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤੰਕੈ ਬਲ ਬਲ ਜਾਸਾ। ਪਦਾਰਥਾਂ ਤੋਂ ਉੱਚੇ ਉੱਠੋ, ਪ੍ਰਭੂ ਦਰਸ਼ਨ ਦੀ ਪਿਆਸ ਤੇ ਜਿਸ ਵੇਲੇ ਆਓਗੇ, ਪਦਾਰਥ ਆਪਣੇ ਆਪ ਝੋਲੀ ਵਿੱਚ ਪੈ ਜਾਣਗੇ। ਸਭ ਕੁਛ ਤਿਸਕੈ ਗ੍ਰਹਿ ਮੈਂ ਆਇਆ, ਜਿੰਦੇ ਹਿਰਦੇ ਦੇ ਵਿੱਚ ਠਾਕੁਰ ਆ ਗਿਆ। ਪਾਤਸ਼ਾਹ ਜੀ ਨੇ ਆਖਿਆ, ਗੁਰਪੁਰੈ ਹਰ ਨਾਮ ਦ੍ਰਿੜਾਇਆ, ਹਾਂਜੀ, ਬਿਨ ਨਾਵੈ ਜੀਵਨ ਬਿਰਥਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਤਾਰ ਨਾਲ ਜੋੜ ਦਿੱਤਾ ਔਰ ਸਾਨੂੰ ਸੋਝੀ ਦੇ ਦਿੱਤੀ। ਮੇਰੇ ਬੱਚਿਓ, ਓਏ ਮੇਰੇ ਪੁੱਤਰੋ, ਮੇਰੇ ਧੀਓ, ਧਿਆਨ ਰੱਖਿਓ, ਜੇ ਕਰਤਾਰ ਨਾਲ ਜੁੜੇ ਰਹੋਗੇ ਜੀਵਨ ਸਫਲ ਜੇ, ਕਰਤਾਰ ਨਾਲ ਜੁੜੇ ਰਹੋਗੇ ਤਾਂ। ਜੇ ਹੱਥੋਂ
ਕਰਤਾਰ ਦਾ ਪਿਆਰ ਨਿਕਲ ਗਿਆ, ਕੰਨੀ ਛੁੜਕ ਗਈ। ਬਿਨ ਨਾਮੈ ਜੀਵਨ ਬਿਰਥਾ। ਵਿਹੜੇ ਭਾਵੇਂ ਪੁੱਤਰਾਂ ਧੀਆਂ ਨਾਲ ਭਰੇ ਹੋਣ, ਵਿਹੜੇ ਭਾਵੇਂ ਪਦਾਰਥਾਂ ਦੇ ਨਾਲ ਭਰੇ ਹੋਣ, ਸਭ ਕੁਝ ਕੋਲ ਹੋਵੇ, ਕੁਛ ਵੀ ਸਮਝਣਾ ਕੋਲ ਨਹੀਂ ਸਾਡੇ, ਕੁਛ ਨਹੀਂ ਹੈ ਜੀ। ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ। ਪਾਤਸ਼ਾਹ ਜੀ ਨੇ ਫਿਰ ਆਖਿਆ, ਹੁਣ ਮੈਂ ਨਾ ਜਿਸ ਵੇਲੇ ਵਿਚਾਰ ਕਰ ਰਿਹਾ ਸਾਂ ਤੁਹਾਡੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ, ਬਿਨ ਗੁਰਮੂੜ ਭਏ ਹੈ ਮਨਮੁਖ। ਤੇ ਮਨਮੁਖ ਤਾਂ ਨਿਗੁਰੇ ਨੂੰ ਕਹਿੰਦੇ ਨਹੀਂ, ਨਿਗੁਰੇ ਨੂੰ ਮਨਮੁਖ ਨਹੀਂ ਕਹਿੰਦੇ। ਇਹ ਕੀ ਗੱਲ ਹੋਈ? ਗੁਰੂ ਵਾਲਾ ਹੋ ਕੇ ਹੀ ਮਨਮੁਖ ਹੁੰਦਾ ਹੈ ਬੰਦਾ। ਮਨਮੁਖ ਕਹਿੰਦੇ ਹੀ ਉਸ ਨੂੰ ਨੇ। ਗੁਰੂ ਵਾਲਾ ਹੋ ਗਿਆ ਲੇਕਿਨ ਗੁਰਮਤਿ ਅਨੁਸਾਰ ਨਹੀਂ ਚੱਲਦਾ, ਚੱਲਦਾ ਆਪਣੀ ਮਤ ਅਨੁਸਾਰ ਹੈ, ਉਹਨੂੰ ਮਨਮੁਖ ਆਖਿਆ ਜਾਂਦਾ ਹੈ। ਤੇ ਪਾਤਸ਼ਾਹ ਇਹੀ ਫਿਰ ਸਮਝਾ ਰਹੇ ਨੇ, ਗੁਰਮਤਿ ਦੇ ਅਨੁਸਾਰ ਨਾ ਚੱਲਣ ਵਾਲਾ ਮੂਰਖ ਰਹਿੰਦਾ ਹੈ, ਮੂਰਖ। ਬਿਨ ਗੁਰ ਮੂੜ ਪਏ ਹੈ ਮਨਮੁਖ। ਤੇ ਮੋਹ ਮਾਇਆ ਨਿਤ ਫਾਥਾ। ਉਹ ਦਿਨ ਰਾਤ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹਿੰਦਾ ਹੈ। ਹੁਣ ਗੰਦਾ ਜਿਹਾ ਪ੍ਰਤੀਕ ਅਸੀਂ ਉਹਦਾ ਨਾਮ ਫਿਰ ਲੈ ਲਈਏ ਨਾ, ਚੇਤਾ ਕਰ ਲਈਏ, ਮਹੰਤ ਨਾਰਾਇਣ ਦਾਸ ਦਾ ਹੈ। ਨਿਗੋਰਾ ਸੀ ਉਹ, ਵਾਹਿਗੁਰੂ ਮੈਂ ਕਹਾਂਗਾ ਨਿਗੋਰਾ ਨਹੀਂ ਸੀ ਉਹ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੇ ਸੇਵਾ ਕਰਨ ਵਾਲਾ ਸੀ। ਉਹ ਅਨਪੜ੍ਹ ਸੀ ਕਿਤੇ, ਉਹ ਬਹੁਤ ਪੜ੍ਹਿਆ ਲਿਖਿਆ ਸੀ, ਸੰਸਕ੍ਰਿਤ ਦੇ ਵਿਦਵਾਨ ਹੁੰਦੇ ਸਨ ਐਸੇ ਸੱਜਣ ਸਾਰੇ, ਸਭ ਕੁਝ ਹੈਗਾ ਸੀ। ਲੇਕਿਨ ਗੁਰੂ ਵਾਲਾ ਹੋ ਕੇ ਵੀ ਫਿਰ ਵੀ ਮਨਮੁਖ ਹੀ ਰਿਹਾ। ਕਿਉਂ ਮਨਮੁਖ ਰਿਹਾ? ਗੁਰੂ ਵਾਲਾ ਹੋ ਕੇ ਗੁਰਮਤਿ ਦਾ ਧਾਰਨ ਹੀ ਨਹੀਂ ਹੋਇਆ। ਵਾਹਿਗੁਰੂ, ਗੁਰਮਤਿ ਦਾ ਧਾਰਨ ਹੀ ਨਹੀਂ ਹੋਇਆ। ਅਰੇ ਆਪਣੇ ਵਿਹੜੇ ਦੇ ਵਿੱਚ ਵੀ, ਗੁਰਦੁਆਰੇ ਦੇ ਵਿੱਚ ਵੀ ਮਨਮਤ ਦਾ ਪ੍ਰਚਾਰ ਕਰਿਆ ਕਰਦਾ ਸੀ। ਇਹ ਗੱਲ ਚੇਤੇ ਭੁਲਾਉਣ ਵਾਲੀ ਨਹੀਂ ਹੈ। ਨਨਕਾਣਾ ਸਾਹਿਬ ਦੇ ਸ਼ਹੀਦ ਜਿਹੜੇ ਹੋਏ ਨੇ, ਕੇਵਲ ਚਾਰ ਦੀਵਾਰੀ ਦਾ ਕਬਜ਼ਾ ਲੈਣ ਵਾਸਤੇ ਹੀ ਸ਼ਹੀਦ ਨਹੀਂ ਹੋਏ ਸਨ। ਉਹਨਾਂ ਦੀ ਸ਼ਹਾਦਤ ਦਾ ਮੰਤਵ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਥਾਨ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਜਿੱਥੇ ਪੰਥ ਦਾ ਨਿਸ਼ਾਨ ਝੁਲਦਾ ਪਿਆ ਹੈ, ਯਾਰ ਉੱਥੇ ਗੁਰੂ ਪੰਥ ਦੀ ਗੱਲ ਹੋਣੀ ਚਾਹੀਦੀ ਹੈ ਕਿ ਕਿਸੇ ਹੋਰ ਦੀ ਗੱਲ ਹੋਣੀ ਚਾਹੀਦੀ ਹੈ। ਇਸ ਘਟਨਾ ਤੋਂ ਫੌਰਨ ਬਾਅਦ ਸਿੱਖ ਮਿਸ਼ਨਰੀ ਸੁਸਾਇਟੀ ਬਣਾਈ ਗਈ, ਜਿਸ ਦੇ ਮੁਖੀ ਬਾਬਾ ਹਰਕਿਸ਼ਨ ਸਿੰਘ ਬਣਾਏ ਗਏ। ਫਿਰ ਮਾਸਟਰ ਤਾਰਾ ਸਿੰਘ ਮੁਖੀ ਬਣੇ। ਔਰ ਇਹਨਾਂ ਨੇ ਸਭ ਤੋਂ ਪਹਿਲਾ ਫੈਸਲਾ ਜਿਹੜਾ ਲਿਆ, ਹਾਂਜੀ, ਇਸ ਮਾਰਚ ਮਹੀਨੇ ਦੇ ਵਿੱਚ 1922 ਦੇ ਮਾਰਚ ਮਹੀਨੇ ਵਿੱਚ ਫੈਸਲਾ ਲਿਆ ਕਿ ਇੱਕ ਸਿੱਖ ਮਿਸ਼ਨਰੀ ਕਾਲਜ ਕਾਇਮ ਕੀਤਾ ਜਾਵੇ, ਜਿਸ ਦਾ ਨਾਮ ਰੱਖਿਆ ਜਾਵੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਜਿਹੜਾ 1927 ਦੇ ਵਿੱਚ ਆਰੰਭ ਕੀਤਾ ਗਿਆ, ਜਿਹੜਾ ਅਜੇ ਤੱਕ ਚੱਲ ਰਿਹਾ ਹੈ। ਕੀ ਮੰਤਵ ਸੀ ਇਸ ਦਾ? ਇੱਥੋਂ ਮਿਸ਼ਨਰੀ ਤਿਆਰ ਕੀਤੇ ਜਾਣ, ਪ੍ਰਚਾਰਕ ਤਿਆਰ ਕੀਤੇ ਜਾਣ, ਜਿਹੜੇ ਜਿੱਥੇ ਨਿਸ਼ਾਨ ਝੁਲਦੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਉਹਨਾਂ ਵਿਹੜਿਆਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਹੋਵੇ, ਗੁਰਮਤਿ ਦੀ ਗੱਲ ਹੋਵੇ। ਔਰ ਫਿਰ ਕਿਹੜੀ ਗੁਰਮਤਿ ਦੀ ਗੱਲ? ਪੰਥ ਨੇ ਇਹ ਵੀ ਬੰਨ੍ਹ ਨੂੰ ਬੱਧਾ, ਮਰਿਆਦਾ ਆਦਿ ਜੁਗਾਦੀ ਤੁਰੀ ਆ ਰਹੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ। ਫਿਰ ਸਿੱਖ ਰਹਿਤ ਮਰਿਆਦਾ ਵੀ ਨਿਰਧਾਰਿਤ ਕੀਤੀ ਗਈ, ਸਥਾਪਿਤ ਕੀਤੀ ਗਈ। 1927 ਤੋਂ ਲੈ ਕੇ 1944 ਤੱਕ ਜਾ ਕੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਨਾ ਫਿਰ ਸਿਰੇ ਚੜ੍ਹਦਾ। 1936 ਵਿੱਚ ਪ੍ਰਵਾਨ ਹੋਈ ਅਤੇ ਫਿਰ ਦੇ ਵਿੱਚ ਵਾਧੇ ਘਾਟੇ ਕੀਤੇ ਗਏ। 1944 ਵਿੱਚ ਜਾ ਕੇ ਸਿਰੇ ਚੜ੍ਹਿਆ। ਤੁਹਾਨੂੰ ਪਤਾ ਹੈ ਸਿੱਖ ਰਹਿਤ ਮਰਿਆਦਾ ਹੈ ਸਾਡੇ ਪਾਸ, ਪੜ੍ਹੀ ਤੁਸਾਂ ਨੇ ਰਹਿਤ ਮਰਿਆਦਾ, ਕਿਸੇ ਗੈਰ ਨੇ ਨਹੀਂ ਬਣਾਈ। ਮੈਂ ਹੱਥ ਜੋੜ ਕੇ ਆਖਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਪੰਥ ਨੇ ਇਹ ਤਿਆਰ ਕੀਤੀ ਹੈ। ਇਹ ਉਹ ਪਵਿੱਤਰ ਇਤਿਹਾਸਕ ਦਸਤਾਵੇਜ਼ ਹੈ ਜਿਸ 'ਤੇ ਸਮੁੱਚੇ ਪੰਥ ਨੂੰ ਮਾਣ ਹੋਣਾ ਚਾਹੀਦਾ ਹੈ। ਜਿਹੜੇ ਪੰਥਕ ਕਹਾਉਂਦੇ ਨੇ ਉਹ ਇਸ 'ਤੇ ਪਹਿਰਾ ਦੇਣ, ਸਾਰੇ ਨਹੀਂ ਪਹਿਰਾ ਦੇਣਗੇ। ਜਿਹੜੀਆਂ ਮਨਮੱਤਾਂ ਦੂਰ ਕਰਨ ਵਾਸਤੇ ਇਹ ਯੋਧੇ ਸਾਰੇ ਸੂਰਮੇ ਸ਼ਹੀਦ ਹੋਏ ਨੇ, ਪੁਰਜ਼ਾ ਕੱਟ ਮਰਾਏ ਵਾਲੇ ਸ਼ਹੀਦ ਹੋਏ ਨੇ, ਉਹਨਾਂ ਦੀਆਂ ਯਾਦਾਂ ਠੀਕ ਢੰਗ ਦੇ ਨਾਲ ਸਾਰਥਕ ਰੂਪ ਵਿੱਚ ਮਨਾਈਆਂ ਨਹੀਂ ਜਾ ਸਕਣਗੀਆਂ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਤੇ ਨਤੀਜਾ ਕੀ ਨਿਕਲਦਾ ਭਲਾ? ਤਿੰਨ ਸਾਧੂ ਚਰਨ ਨਾ ਸੇਵੇ ਕਾਬੂ,
ਤਿਨ ਸਭ ਜਨਮ ਅਕਾਥਾ। ਇਹ ਮਨਮੁਖਾਂ ਦੀ ਗੱਲ ਹੈ। ਗੁਰੂ ਵਾਲੇ ਹੋ ਕੇ ਵੀ ਗੁਰੂ ਦੀ ਗੱਲ ਨਹੀਂ ਕਰਦੇ, ਗੁਰੂ ਵਾਲੇ ਹੋ ਕੇ ਵੀ ਪੰਥ ਦੀ ਗੱਲ ਨਹੀਂ ਕਰਦੇ, ਗੁਰੂ ਵਾਲੇ ਹੋ ਕੇ ਵੀ ਪੰਥ ਸੇਵਕਾਂ ਦੀ ਸੇਵਾ ਨਹੀਂ ਕਰਦੇ, ਗੁਰੂ ਕੇ ਸਿੱਖਾਂ ਦੀ ਸੇਵਾ ਨਹੀਂ ਕਰਦੇ। सेव करी इन्हीं की भावत और की सेव सुहात ना जी को, दान दयो इन्हीं को भलो वारे आन को, दान ना लागत नी को, आगे फल इन्हीं को दयो, जग में जसे और दयो सब फीको, मोग्रह में तन ते मन ते सिर लो धन है सब ही इन्हीं को। किहड़े इन्हीं को? जिहड़े शब्द दे धारनी ने, जिहड़े गुरु के कहाउण वाले ने, उन्हां दी सेवा कीती जावे। ਹੁਣ ਜੇ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਜਾਵੇ, ਭਲਾ ਇਹ ਕਿਉਂ ਸਾਰਾ ਕੁਝ ਹੋਇਆ? ਇੱਜ਼ਤਾਂ ਨੂੰ ਹੱਥ ਪੈਣ ਲੱਗ ਪਏ। ਜੇ ਕੋਈ ਉਬਾਸ ਰਿਹਾ, ਐਸਾ ਕਿਉਂ ਹੋਇਆ? ਕਹਿਣ ਲੱਗੇ ਸਾਡੀ ਦੁਕਾਨ ਹੈ, ਸਾਡੇ ਸਥਾਨ ਨੇ, ਆਉਣਾ ਜੇ ਤੇ ਆਓ, ਤੇ ਨਹੀਂ ਤੇ ਰੱਖੋ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਘਰ ਦੇ ਵਿੱਚ, ਇੱਥੇ ਕਿਸੇ ਨੂੰ ਨਾ ਭੇਜਿਆ ਜੇ। ਵਾਹਿਗੁਰੂ। ਸੇਵਾ ਕਰਨ ਵਾਲੀ ਥਾਂ, ਆਪਣੇ ਆਪ ਨੂੰ ਸੇਵਕ ਕਹਾਉਣ ਵਾਲੇ, ਆਪਣੇ ਆਪ ਨੂੰ ਗੁਰੂ ਨਾਨਕ ਦੇ ਵਾਰਸ ਕਹਾਉਣ ਵਾਲੇ। ਗੁਰੂ ਨਾਨਕ ਨੇ ਉਦਾਸੀਆਂ ਕੀਤੀਆਂ ਸੀ, ਅਸੀਂ ਵੀ ਉਦਾਸੀ ਹਾਂ। ਵਾਰਸ ਕਹਾਉਣ ਵਾਲੇ ਇਹਨਾਂ ਕੰਮਾਂ ਤੇ ਆ ਗਏ। ਤੇ ਕਿਹੜੇ ਕੰਮ ਕਰਦੇ ਨੇ? ਤਿਨ ਸਾਧੂ ਚਰਨ ਨਾ ਸੇਵੇ ਕਬ ਹੂੰ, ਤਿਨ ਸਭ ਜਨਮ ਅਕਥ। ਵਾਹਿਗੁਰੂ। ਨਾਉ ਵੱਡਾ ਕਰ ਲੈਣਾ, ਆਖ ਲੈਣਾ। ਅਸੀਂ ਵੀ ਕਹਿ ਸਕਦੇ ਹਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਸ ਹਾਂ, ਅਸੀਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਪੰਥ ਦੇ ਅਸੀਂ ਅੰਗ ਹਾਂ। ਕੌਣ ਇਨਕਾਰ ਕਰ ਸਕੇਗਾ? ਪਰ ਸਾਡੀਆਂ ਬਿਰਤੀਆਂ ਐਸੀਆਂ ਹਨ, ਕੈਸੀਆਂ ਬਿਰਤੀਆਂ? ਸਤਿਗੁਰੂ ਮਹਾਰਾਜ ਪੋਜ਼ਿਟਿਵ ਪੱਖ ਸਾਨੂੰ ਦੁਹਰਾ ਰਹੇ ਨੇ, ਚੇਤੇ ਕਰਵਾ ਰਹੇ ਨੇ ਜੀ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਯਾਦ ਰੱਖਿਓ ਜੇ ਜਿਹੜੇ ਗੁਰੂ ਕੇ ਕਹਾਉਣ ਵਾਲੇ ਨੇ, ਉਹ ਗੁਰੂ ਸ਼ਬਦ ਦਾ ਪ੍ਰਚਾਰ ਕਰਨ, ਗੁਰੂ ਸ਼ਬਦ ਦੀ ਸੇਵਾ ਕਰਨ। ਹੁਣ ਪ੍ਰਚਾਰਕ ਜਿਸ ਨੂੰ ਅਸੀਂ ਬਣਾਇਆ, ਕੇਵਲ ਉਹੀ ਪ੍ਰਚਾਰਕ ਨਹੀਂ, ਹਰ ਸਿੱਖ ਪ੍ਰਚਾਰਕ ਹੈ। ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਨੀ ਸਿਰਫ ਆਪ ਸ਼ਬਦ ਦਾ ਧਾਰਨੀ ਹੋਣਾ ਹੀ ਨਹੀਂ ਹੈ, ਸ਼ਬਦ ਨੂੰ ਵਰਤਾਉਣਾ ਵੀ ਹੈ, ਸ਼ਬਦ ਨੂੰ ਵੰਡਣਾ ਵੀ ਹੈ। ਭਾਈ ਲਛਮਣ ਸਿੰਘ ਹੋਣੀ, ਗਿਆਨੀ ਮੂਲ ਸਿੰਘ ਜੀ ਹੋਣੀ, ਕਰਤਾਰ ਸਿੰਘ ਝੱਬਰ ਹੋਣੀ, ਭਾਈ ਦਲੀਪ ਸਿੰਘ ਹੋਣੀ, ਬਾਬਾ ਟਹਿਲ ਸਿੰਘ ਜੀ ਹੋਣੀ ਹੈ। ਮੈਂ ਐਵੇਂ ਥੋੜ੍ਹੇ ਜਿਹੇ ਨਾਂ ਤੁਹਾਡੇ ਸਾਹਮਣੇ ਲਿਆ ਰਿਹਾ। ਭਾਈ ਬਲਵੰਤ ਸਿੰਘ ਗ੍ਰੰਥੀ ਵੀ ਵਿੱਚ ਸ਼ਹੀਦ ਹੁੰਦੇ ਨੇ। ਗ੍ਰੰਥੀ ਭਾਈ ਬਲਵੰਤ ਸਿੰਘ ਹੋਣੀ ਸ਼ਹੀਦ ਹੁੰਦੇ ਨੇ। ਕਾਹਦੇ ਲਈ ਹੁੰਦੇ ਨੇ? ਸ਼ਬਦ ਸੁਣਾਉਣ ਵੇਲੇ ਸ਼ਬਦ ਸੁਣਾਇਆ ਜਾ ਸਕਦਾ ਹੈ, ਲੇਕਿਨ ਜਦੋਂ ਸ਼ਬਦ ਲਈ ਕੁਰਬਾਨੀ ਨਹੀਂ ਦੇਣੀ ਪਵੇ, ਤੇ ਗ੍ਰੰਥੀ ਕੁਰਬਾਨੀ ਦੇਣ ਵਾਸਤੇ ਵੀ ਤਿਆਰ ਹੋਵੇ, ਸ਼ਹਾਦਤ ਦੇਣ ਲਈ ਵੀ ਤਿਆਰ ਹੋਵੇ। ਇੱਕ ਨਹੀਂ ਸਨ, 3 ਗ੍ਰੰਥੀ ਮਿਲਦੇ ਨੇ ਉਹਨਾਂ ਸ਼ਹੀਦਾਂ ਦੇ ਵਿੱਚੋਂ ਜੀ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗन्नाथा। सेवा करे और निमरता विच रहे। मोको कीजै दास दास दासन को, अपने दासां दे दासां दा मैनू सेवा बख्शो, हर दया तहार जगन्नाथा। ए जगत दे मालक पातशाह साडे ते किरपा करो। हमें अंधुले ज्ञानहीन अज्ञानी, क्यों चालै है मार्ग पंथा। संगत जीओ समा हो रहा है, समाप्ति करिए, ਆਪਾਂ रुक जाइए। ਫਿਰ ਜਦੋਂ ਕਰਤਾਰ ਲੈ ਆਇਆ, ਫਿਰ ਆਪਾਂ ਜੁੜ ਬੈਠਾਂਗੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਮੈਂ ਇਹ ਆਖਾਂਗਾ, ਅੱਜ ਦੇ ਸੰਦਰਭ ਵਿੱਚ ਸਾਨੂੰ ਚੇਤੇ ਕਰਵਾਉਂਦੇ ਨੇ। ਆਪਣੇ ਅੰਦਰ ਝਾਤ ਪਾਓ ਸਾਰੇ, ਤੇ ਮਹਿਸੂਸ ਕਰੋ, ਹਮ ਅੰਧਲੇ ਗਿਆਨਹੀਨ ਅਗਿਆਨੀ। ਮਤ ਸਮਝੋ ਅਸੀਂ ਬੜਾ ਕੁਝ ਜਾਣਦੇ ਹਾਂ, ਮਤ ਸਮਝੋ ਅਸੀਂ ਬੜੀ ਸਮਰੱਥਾ ਵਾਲੇ ਹਾਂ, ਬੜੇ ਸਿਆਣੇ ਹਾਂ। ਐਂ ਪ੍ਰਤੀਤ ਕਰੋ ਕਿ ਉਹ ਚੱਲ ਮਾਰਗ ਪੰਥਾ, ਅਸੀਂ ਇਸ ਗੁਰਮਤ ਮਾਰਗ ਤੇ ਕਿਵੇਂ ਚੱਲੀਏ ਜੀ। ਹਮੇ ਅੰਧਲੇ ਕੋ ਗੁਰੀ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਔਰ ਅਸੀਂ ਇੰਨੇ ਅੰਨੇ ਹਾਂ, ਹੁਣ ਅੱਖਾਂ ਤੋਂ ਅੰਨੇ ਨਹੀਂ, ਹਉਮੈ ਕਰਕੇ ਨਾ ਅਸੀਂ ਅਗਿਆਨਤਾ ਵਿੱਚ ਇੰਨੇ ਅੰਨੇ ਹੋ ਗਏ ਹਾਂ ਕਿ ਗੁਰੂ ਦਾ ਪੱਲਾ ਵੀ ਫੜਨ ਤੋਂ ਅਸੀਂ ਘਬਰਾਉਂਦੇ ਹਾਂ ਹੁਣ। ਵਾਹਿਗੁਰੂ। ਉਹਨੂੰ ਅੰਨਾ ਆਖਿਆ ਜਾਂਦਾ ਜਿਹਨੂੰ ਪੱਲਾ ਦਿਸਦਾ ਨਾ ਹੋਵੇ। ਹੁਣ ਫਿਰ ਹੋਰ ਨਹੀਂ ਤਾਂ ਸੱਚੇ ਪਾਤਸ਼ਾਹ ਗੁਰ ਹਮ ਅੰਧਲੇ ਕੋ ਅੰਚਲ ਦੀਜੈ,
ਹੇ ਸਤਿਗੁਰੂ ਮਹਾਰਾਜ ਸਾਨੇ ਅੰਨੇ ਨੂੰ ਆਪਣਾ ਪੱਲਾ ਫੜਾਓ ਤੁਸੀਂ ਆਪ। ਇਸ ਨਿਮਰਤਾ ਦੇ ਵਿੱਚ ਆਓ ਤੇ ਫਿਰ ਵਿਹੜਿਆਂ ਵਿੱਚੋਂ ਸਫਾਈ ਹੋ ਸਕਦੀ ਹੈ। ਪਾਤਸ਼ਾਹ ਕਹਿੰਦੇ ਨੇ ਜਨ ਨਾਨਕ ਚੱਲਾਂ ਮਿਲੰਥਾ, ਫਿਰ ਅਸੀਂ ਗੁਰੂ ਸਾਹਿਬ ਨੂੰ ਮਿਲ ਸਕੀਏ, ਫਿਰ ਅਸੀਂ ਗੁਰਮਤਿ ਮਾਰਗ 'ਤੇ ਸਾਰੇ ਚੱਲ ਸਕੀਏ। ਚੇਤੇ ਰੱਖਿਓ ਜੇ ਜਿਹੜਾ ਨਾ ਚੱਲੇਗਾ ਨਾ, ਉਹ ਅੱਜ ਦਾ ਬਚਨ ਚੇਤੇ ਰੱਖੇ, ਬਿਨ ਨਾਵੇਂ ਜੀਵਨ ਬਿਰਥਾ, ਬਿਨ ਨਾਵੇਂ ਜੀਵਨ ਬਿਰਥਾ, ਬਿਨ ਨਾਵੇਂ ਜੀਵਨ ਬਿਰਥਾ, ਬਿਨ ਨਾਵੇਂ ਜੀਵਨ ਬਿਰਥਾ। ਲੇਕਿਨ ਭਾਈ ਸਾਹਿਬ ਆਨੰਦ ਲਾਲ ਸਾਹਿਬ ਆਖਦੇ ਨੇ, ਉਹ ਗੁਰੂ ਪਿਆਰਿਓ, ਮਰਾ ਦਰ ਮੰਜ਼ਲ ਜਾਨਾ ਹਮਾ ਐਸ਼ ਹਮਾ ਸ਼ਾਦੀ, ਜਰਸ਼ ਬੇਹੂਦਾ ਮੇ ਨਾਲਦ ਕੁਜਾ ਬੰਦੇਮ ਮੁਹੰਮਦ। ਹਾਂ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਮੈਨੂੰ ਰਸਤਾ ਵਿਖਾ ਦਿੱਤਾ ਹੈ, ਮੈਨੂੰ ਮੰਜ਼ਲ ਤੇ ਪਹੁੰਚਾ ਦਿੱਤਾ ਹੈ, ਮੈਂ ਕਿੱਥੇ ਜਾਣਾ ਹੈ। ਗੁਰੂ ਦੇ ਚਰਨਾਂ ਵਿੱਚ ਹੀ ਆਓ, ਜੁੜੋ ਨਿਮਰਤਾ ਵਿੱਚ, ਇੱਥੇ ਹੀ ਅਰਦਾਸ ਕਰੋ, ਹਮ ਅੰਦਲੇ ਕੋ ਗੁਰ ਅੰਚਲ ਦੀਜੈ। ਆਓ ਇੱਕ ਵਾਰ ਪੰਕਤੀਆਂ ਫਿਰ ਸਰਵਣ ਕਰੀਏ ਤੇ ਫਤਿਹ ਬੁਲਾਈਏ। ਮੈਂ ਸਭਨਾਂ ਦਾ, ਮਾਣਯੋਗ ਪ੍ਰਧਾਨ ਸਾਹਿਬ ਦਾ, ਸਿੰਘ ਸਾਹਿਬਾਨ ਦਾ, ਮਾਣਯੋਗ ਗਿਆਨੀ ਸਾਹਿਬਾਨ ਦਾ, ਸਭਨਾਂ ਦਾ ਮੈਂ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਣ ਬਖਸ਼ਿਆ ਸੇਵਾ ਦਾ ਜੀ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲਹਿ ਮਾਰਗ ਪੰਥਾ। ਹਮੇ ਅੰਧੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।